ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਭਾਈ ਵੀਰ ਸਿੰਘ ਦੀ ਕਵਿਤਾ ਸਾਈਂ ਲਈ ਤੜਪ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਇਸ ਕਵਿਤਾ ਵਿੱਚ ਭਾਈ ਵੀਰ ਸਿੰਘ ਨੇ ਤੜਪ ਗੋਪੀਆਂ ਕ੍ਰਿਸ਼ਨ ਮਗਰ ਜੋ ਲੋਕੀ ਪਏ ਸੁਣਾਵਣ, ਲੁੱਛਣ ਸੱਸੀ ਪੁੰਨੂ ਪਿੱਛੇ ਜੋ ਥਲ ਤੜਪ ਦਿਖਾਵਣ। ਕਵੀ ਗੋਪੀਆਂ ਅਤੇ ਕ੍ਰਿਸ਼ਨ ਦੇ ਪ੍ਰੇਮ ਦੇ ਹਵਾਲੇ ਦੇ ਨਾਲ ਅਸਲ ਵਿੱਚ ਇਸ਼ਕ ਮਿਜ਼ਾਜੀ ਅਤੇ ਇਸ਼ਕ ਹਕੀਕੀ ਜੋ ਹੈ ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰ ਰਿਹਾ ਹੈ। ਕਵੀ ਨੇ ਇਸ਼ਕ ਮਿਜ਼ਾਜੀ ਨੂੰ ਇਸ਼ਕ ਹਕੀਕੀ ਦੀ ਪਹਿਲੀ ਪੌੜੀ ਦੱਸਿਆ ਹੈ। ਕਵੀ ਦੇ ਕਹਿਣ ਦਾ ਭਾਵ ਹੈ ਕਿ ਗੋਪੀਆਂ ਦੇ ਹਿਰਦੇ ਦੇ ਵਿੱਚ ਕ੍ਰਿਸ਼ਨ ਦੇ ਵਿਛੋੜੇ ਦੇ ਵਿੱਚ ਜੋ ਤੜਪ ਪੈਦਾ ਹੋਈ ਸੀ, ਜਿਸ ਬਾਰੇ ਲੋਕੀ ਪਏ ਸੁਣਾਵਣ, ਲੋਕੀ ਗੱਲਾਂ ਕਰਦੇ ਨੇ। ਅਸੀਂ ਆਪਣੇ ਵਡੇਰਿਆਂ ਤੋਂ, ਬਜ਼ੁਰਗਾਂ ਤੋਂ ਕਥਾਵਾਂ ਕਹਾਣੀਆਂ ਸੁਣੀਆਂ ਨੇ। ਲੁੱਛਣ ਸੱਸੀ ਪੁੰਨੂ ਪਿੱਛੇ, ਅਤੇ ਜਿਸ ਤਰ੍ਹਾਂ ਸੱਸੀ ਜੋ ਹੈ ਪੁੰਨੂ ਦੇ ਵਿਛੋੜੇ ਦੇ ਵਿੱਚ ਥਲਾਂ ਦੇ ਵਿੱਚ ਲੁੱਛਦੀ ਹੋਈ, ਤੜਪਦੀ ਹੋਈ ਮਰ ਜਾਂਦੀ ਹੈ, ਆਪਣੇ ਪ੍ਰਾਣਾਂ ਦੀ ਬਾਜੀ ਲਾ ਜਾਂਦੀ ਹੈ। ਇਹ ਕਵੀ ਕਹਿ ਰਿਹਾ ਹੈ ਕਿ ਅਸਲ ਦੇ ਵਿੱਚ ਇਹ ਕੋਈ ਦੁਨਿਆਵੀ ਇਸ਼ਕ ਨਹੀਂ ਹੈ, ਇਹ ਇਸ਼ਕ ਰੂਹਾਨੀ ਹੈ। ਇਹ ਉਹ ਚਿੰਗਾਰੀ ਹੈ ਜਿਹੜੀ ਉਸ ਸਰਵ ਸਮਰੱਥ ਜੋ ਨਿਰਾਕਾਰ ਪ੍ਰਭੂ ਹੈ, ਉਸਨੇ ਜੀਵ ਦੇ ਹਿਰਦੇ ਦੇ ਵਿੱਚ ਧੁਰੋਂ ਹੀ ਪੈਦਾ ਕੀਤੀ ਸੀ। ਇਸ਼ਕ ਮਿਜ਼ਾਜੀ ਜੋ ਹੈ, ਭਾਵ ਜੋ ਦੁਨਿਆਵੀ ਇਸ਼ਕ ਹੈ, ਇਸ਼ਕ ਹਕੀਕੀ ਦੀ ਹੀ ਇੱਕ ਪੌੜੀ ਹੈ ਜਾਂ ਉਸੇ ਦਾ ਹੀ ਇੱਕ ਰੂਪ ਹੈ। ਕਿਉਂਕਿ ਜੋ ਦੁਨਿਆਵੀ ਇਸ਼ਕ ਜੋ ਹੈ, ਸੱਚਾ ਸੁੱਚਾ ਇਸ਼ਕ, ਇਸ਼ਕ ਹਕੀਕੀ ਦੀ ਮੰਜ਼ਿਲ ਤੱਕ ਲੈ ਜਾਂਦਾ ਹੈ ਮਨੁੱਖ ਨੂੰ। ਰਾਂਝੇ ਮਗਰ ਹੀਰ ਦੀ ਕਾਬਰ, ਮਜਨੂ ਦਾ ਸੁੱਕ ਜਾਣਾ। ਇਸੇ ਤਰ੍ਹਾਂ ਰਾਂਝੇ ਨੂੰ ਪਾਉਣ ਦੇ ਲਈ ਹੀਰ ਦੇ ਮਨ ਦੇ ਵਿੱਚ ਜੋ ਘਬਰਾਹਟ ਸੀ, ਔਰ ਮਜਨੂ ਜੋ ਲੈਲਾ ਦੇ ਪ੍ਰੇਮ ਦੇ ਵਿੱਚ ਸੁੱਕ ਸੁੱਕ ਕੇ ਤੀਲਾ ਹੋ ਗਿਆ ਸੀ, ਇਹ ਨਹੀਂ ਮੋਹ ਨਜ਼ਾਰੇ ਦਿਸਦੇ। ਕਵੀ ਕਹਿ ਰਿਹਾ ਹੈ ਕਿ ਇਹ ਸਾਰੇ ਜੋ ਹਨ, ਹੀਰ, ਸੱਸੀ, ਗੋਪੀਆਂ, ਇਹਨਾਂ ਦਾ ਜੋ ਪ੍ਰੇਮ ਸੀ ਇਹ ਕੋਈ ਦੁਨਿਆਵੀ ਪ੍ਰੇਮ ਨਹੀਂ ਸੀ। ਇਹ ਕੋਈ ਮੋਹ, ਦੁਨਿਆਵੀ ਜੋ ਮੋਹ ਮੁਹੱਬਤ ਦੇ ਨਜ਼ਾਰੇ ਨਹੀਂ ਸਨ। ਇਹ ਤਾਂ ਸੀ, ਇਹ ਕੋਈ ਰਮਜ਼ ਛਿਪਾਵਨ, ਇਹਨਾਂ ਦੇ ਪਿੱਛੇ ਤੇ ਕੋਈ ਬਹੁਤ ਗਹਿਰਾ ਰਹੱਸ ਸੀ, ਕੋਈ ਭੇਦ ਸੀ ਲੁਕਿਆ ਹੋਇਆ, ਜੋ ਦੁਨਿਆਵੀ ਲੋਕ ਜਿਹੜੇ ਨੇ ਉਸ ਬਾਰੇ ਜਾਣ ਨਹੀਂ ਸਕਦੇ। ਕਿਉਂਕਿ ਸੱਚਾ ਸੁੱਚਾ ਪ੍ਰੇਮ ਜੋ ਹੈ, ਜਿਸ ਹਿਰਦੇ ਦੇ ਵਿੱਚ ਪੈਦਾ ਹੁੰਦਾ ਹੈ, ਪਵਿੱਤਰ ਹਿਰਦੇ ਦੇ ਵਿੱਚ, ਉਸਨੂੰ ਪਵਿੱਤਰਤਾ ਦੀ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ। ਹੇ ਅਰੂਪ, ਫਿਰ ਕਵੀ ਜੋ ਹੈ ਇਹਨਾਂ ਸੰਸਾਰਿਕ ਜੋ ਇਸ਼ਕ ਸਨ, ਉਹਨਾਂ ਦੇ ਹਵਾਲੇ ਦੇ ਨਾਲ ਉਸ ਨਿਰਾਕਾਰ ਪ੍ਰਭੂ ਨੂੰ, ਪ੍ਰੇਮ ਨੂੰ ਜੋ ਹੈ, ਪ੍ਰਭੂ ਨੂੰ, ਪਰਮਾਤਮਾ ਨੂੰ ਮੁਖਾਤਿਬ ਹੁੰਦਾ ਹੈ, ਉਸ ਨੂੰ ਸੰਬੋਧਿਤ ਕਰਦਾ ਹੋਇਆ ਕਹਿ ਰਿਹਾ ਹੈ ਕਿ ਇਹ ਤੜਪ ਉਹ ਨਹੀਂ ਕਿ ਹੇ ਪਰਮਾਤਮਾ, ਕਿ ਜੋ ਗੋਪੀਆਂ ਦੇ ਹਿਰਦੇ ਵਿੱਚ ਤੜਪ ਸੀ, ਜੋ ਸੱਸੀ ਦੇ ਹਿਰਦੇ ਵਿੱਚ ਤੜਪ ਸੀ ਪੁੰਨੂ ਨੂੰ ਪਾਉਣ ਦੇ ਲਈ, ਜੋ ਹੀਰ ਦੇ ਹਿਰਦੇ ਵਿੱਚ ਤੜਪ ਸੀ ਰਾਂਝੇ ਨੂੰ ਪ੍ਰਾਪਤ ਕਰਨ ਦੇ ਲਈ, ਜੋ ਲੈਲਾ ਜੋ ਮਜਨੂ ਦੇ ਲਈ ਵਿਆਕੁਲ ਸੀ, ਜਾਂ ਮਜਨੂ ਲੈਲਾ ਦੇ ਪਿਆਰ ਦੇ ਵਿੱਚ ਸੁੱਕ ਕੇ ਤੀਲਾ ਹੋ ਗਿਆ ਸੀ। ਕਵੀ ਕਹਿ ਰਿਹਾ ਹੈ ਕਿ ਹੇ ਰੂਪ, ਹੇ ਪਰਮਾਤਮਾ, ਇਹ ਤੜਪ ਉਹ ਨਹੀਂ ਕਿ ਇਹਨਾਂ ਦੇ ਜੋ ਹਿਰਦੇ ਦੇ ਵਿੱਚ ਪੈਦਾ ਹੋਈ ਇਸ਼ਕ ਦੀ ਤੜਪ ਸੀ, ਪ੍ਰੇਮ ਦੀ ਚਿੰਗਾਰੀ ਸੀ, ਇਹ ਉਹੀ ਪ੍ਰੇਮ ਚਿੰਗਾਰੀ ਨਹੀਂ ਸੀ ਧੁਰੋਂ ਤੁਸਾਂ ਜੋ ਲਾਈ, ਕਿ ਜੋ ਇਹਨਾਂ ਦੇ ਸੀਨਿਆਂ ਦੇ ਵਿੱਚ ਜਨਮ ਜਾਤ ਹੀ ਇਹਨਾਂ ਦੇ ਹਿਰਦੇ ਦੇ ਵਿੱਚ ਪੈਦਾ ਕਰ ਦਿੱਤੀ ਸੀ, ਤੁਸੀਂ ਭਰ ਦਿੱਤੀ ਸੀ। ਕਿ ਇਹ ਚਿਣਗ ਨਹੀਂ ਉਹ ਜਿਹੜੀ ਤੁਸੀਂ ਸੀਨਿਆਂ ਪਾਈ, ਕਿ ਧੁਰ ਤੋਂ ਭਾਵ ਜਨ ਮੁੱਢੋਂ ਹੀ ਇਹਨਾਂ ਦੇ ਹਿਰਦਿਆਂ ਦੇ ਵਿੱਚ, ਸੀਨਿਆਂ ਦੇ ਵਿੱਚ ਪ੍ਰੇਮ ਚਿੰਗਾਰੀ ਜੋ ਸੀ ਭਰੀ ਹੋਈ ਸੀ, ਔਰ ਵਕਤ ਦੇ ਅਨੁਸਾਰ ਇਹ ਭਾਂਬੜ ਬਣ ਗਈ ਸੀ। ਮਿਲਣ ਤੁਸਾਨੂੰ ਦੀਏ ਲੋਚਾ, ਅਸਲ ਦੇ ਵਿੱਚ ਇਹ ਲੋਕੀ ਇਹਨਾਂ ਨੂੰ, ਦੁਨਿਆਵੀ ਲੋਕ ਇਹਨਾਂ ਨੂੰ ਪ੍ਰੇਮੀ ਪ੍ਰੇਮਿਕਾ ਦੇ ਰੂਪ ਵਿੱਚ ਦੇਖਦੇ ਹਨ, ਪਰ ਵਾਸਤਵ ਦੇ ਵਿੱਚ ਇਹ ਰਿਸ਼ਤਾ ਜੋ ਸੀ ਮਿਲਨ ਤੁਸਾਨੂੰ ਦੀ ਸੀ ਲੋਚਾ। ਅਸਲ ਦੇ ਵਿੱਚ ਇਹਨਾਂ ਦੁਨਿਆਵੀ ਜੋ ਆਸ਼ਿਕ ਸਨ, ਜੋ ਮਾਸ਼ੂਕ ਸਨ, ਇਹਨਾਂ ਨੂੰ ਇੱਕ ਦੂਜੇ ਦੇ ਵਿੱਚੋਂ ਆਤਮਾ ਅਤੇ ਪਰਮਾਤਮਾ ਦਾ ਇਹਨਾਂ ਦਾ ਸੰਬੰਧ ਸੀ। ਆਤਮਾ ਜਿਸ ਤਰ੍ਹਾਂ ਪਰਮਾਤਮਾ ਨੂੰ ਪਾਉਣ ਦੇ ਲਈ ਵਿਆਕੁਲ ਹੁੰਦੀ ਹੈ, ਠੀਕ ਇਸੇ ਤਰ੍ਹਾਂ
ਇਹਨਾਂ ਦੇ ਹਿਰਦੇ ਵੀ ਜਿਹੜੇ ਸਨ ਰੱਬ ਰੂਪ ਸਨ। ਇਹ ਸ਼ਖਸੀਅਤਾਂ ਜੋ ਸਨ ਇਹ ਪੂਜਣਯੋਗ ਸਨ, ਰੱਬ ਰੂਪ ਸਨ, ਕਿਉਂਕਿ ਇਹਨਾਂ ਦਾ ਪ੍ਰੇਮ ਜੋ ਸੀ ਇਹ ਵਾਸਨਾਯੁਕਤ ਪ੍ਰੇਮ ਨਹੀਂ ਸੀ। ਇਹ ਤਾਂ ਜੋ ਬਿਲਕੁਲ ਸੱਚਾ ਸੁੱਚਾ ਇਸ਼ਕ ਸੀ, ਰੂਹਾਨੀ ਇਸ਼ਕ ਦਾ ਦਰਜਾ ਅਖਤਿਆਰ ਕਰ ਜਾਂਦਾ ਹੈ। ਇਸੇ ਲਈ ਸ਼ਾਇਦ ਸੁਣਨ ਵਿੱਚ ਆਇਆ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਹੀਰ ਦੀ ਮਜ਼ਾਰ ਬਣੀ ਹੋਈ ਹੈ ਉੱਥੇ ਮੇਲਾ ਲੱਗਦਾ ਹੈ ਔਰ ਉਸ ਨੂੰ ਬੜੇ ਹੀ ਸਨਮਾਨ ਦੇ ਨਾਲ ਬੇਬੇ ਹੀਰ ਵਜੋਂ ਸਤਿਕਾਰਿਆ ਜਾਂਦਾ ਹੈ। ਇਹ ਹੈ ਤੜਪ ਤੁਸਾਡੀ ਦੀ, ਮਿਲਨ ਤੁਸਾਨੂੰ ਦੀਏ ਲੋਚਾ, ਇਹ ਹੈ ਤੜਪ ਤੁਸਾਡੀ। ਭਾਵ ਮਿਲਨ ਤੁਸਾਨੂੰ ਦੀਏ ਲੋਚਾ, ਇਹ ਹੈ ਤੜਪ ਤੁਸਾਡੀ। ਇਹ ਅਸਲ ਦੇ ਵਿੱਚ ਤੁਹਾਨੂੰ ਹੀ ਮਿਲਣ ਦੀ ਇਹਨਾਂ ਦੇ ਮਨ ਦੇ ਵਿੱਚ ਲੋਚਾ ਹੁੰਦੀ ਸੀ। ਇਹਨਾਂ ਪ੍ਰੇਮੀ ਪ੍ਰੇਮਿਕਾਵਾਂ ਨੂੰ ਇੱਕ ਦੂਜੇ ਦੇ ਵਿੱਚ ਉਸ ਕਾਦਰ ਦੇ, ਉਸ ਕੁਦਰਤ ਦੇ, ਉਸ ਰੱਬ ਦੇ ਦੀਦਾਰ ਹੁੰਦੇ ਸਨ ਔਰ ਉਸੇ ਨੂੰ ਪਾਉਣ ਦੇ ਲਈ ਇਹਨਾਂ ਦੇ ਮਨਾਂ ਵਿੱਚ ਜੋ ਤੜਪ ਪੈਦਾ ਹੁੰਦੀ ਸੀ, ਜਿੱਥੇ ਰਮਜ਼ ਪਵੇ ਕੋਈ ਕਟਕੀ ਇਹ ਕਮਲੀ ਹੋ ਜਾਈ, ਕਿਉਂਕਿ ਇਹ ਅਜਿਹੀਆਂ ਵਰਸਾਈਆਂ ਹੋਈਆਂ ਪ੍ਰੇਮ ਵਿਗੁੱਤੀਆਂ ਆਤਮਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਇਸ ਰਹੱਸ ਦਾ, ਇਸ ਰਮਜ਼ ਦਾ ਗਿਆਨ ਹੁੰਦਾ ਹੈ। ਭਾਵ ਇਹਨਾਂ ਨੂੰ ਜਿਸ ਸ਼ਖਸ ਦੇ ਵਿੱਚੋਂ ਰੱਬ ਦੇ ਦੀਦਾਰ ਹੁੰਦੇ ਹਨ ਉਸ ਨੂੰ ਪਾਉਣ ਦੇ ਲਈ ਰੱਬ ਵਾਂਗ ਉਸ ਦੇ ਪਿੱਛੇ ਵਿਆਕੁਲ, ਉਸ ਦੇ ਪਿੱਛੇ ਪਾਗਲ, ਕਮਲਿਆਂ ਵਾਂਗ ਜੋ ਹਨ ਆਪਣਾ ਆਪਾ, ਆਪਣਾ ਜੋ ਸਾਰਾ ਸਮਾਜ, ਆਪਣਾ ਘਰ ਪਰਿਵਾਰ ਕੁਰਬਾਨ ਕਰਨ ਦੇ ਲਈ ਤਿਆਰ ਹੋ ਜਾਂਦੇ ਹਨ। ਇਸ ਤਰ੍ਹਾਂ ਇਸ ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਨੇ ਜੋ ਸੰਸਾਰਕ ਪਿਆਰ ਜੋ ਹੈ ਉਹ ਉਸ ਨੂੰ ਰੂਹਾਨੀ ਪਿਆਰ ਦਾ ਦਰਜਾ ਦਿੰਦਿਆਂ ਹੋਇਆਂ ਫਰਮਾਇਆ ਹੈ ਕਿ ਜੋ ਜੀਵ ਹੈ ਜਿਸ ਦੇ ਹਿਰਦੇ ਦੇ ਵਿੱਚ ਸੱਚੇ ਸੁੱਚੇ ਪਿਆਰ ਦੀ ਚਿਣਗ ਹੁੰਦੀ ਹੈ, ਚਿੰਗਾਰੀ ਹੁੰਦੀ ਹੈ, ਉਹ ਹਰ ਤਰ੍ਹਾਂ ਦੇ ਹੱਦ ਬੰਨੇ ਟੱਪ ਕੇ ਰੂਹਾਨੀ ਪ੍ਰੇਮ ਦਾ ਰੂਪ ਧਾਰਨ ਕਰ ਜਾਂਦਾ ਹੈ। ਧੰਨਵਾਦ।